ਕੈਨੇਡਾ ਵਿੱਚ ਭਾਰਤੀ ਏਜੰਸੀਆਂ ਉੱਤੇ ਹਰਦੀਪ ਸਿੰਘ ਨਿੱਜਰ ਦਾ ਕਤਲ ਕਰਾਉਣ ਦੇ ਲੱਗੇ ਦੋਸ਼ਾਂ ਤੋਂ ਬਾਅਦ ਕੌਮਾਂਤਰੀ ਪੱਧਰ ਦੇ ਉੱਤੇ ਭਾਰਤ ਲਗਾਤਾਰ ਮੁਸ਼ਕਿਲਾਂ ਦੇ ਵਿੱਚ ਘਿਰਦਾ ਜਾ ਰਿਹਾ ਹੈ ਤੇ ਹੁਣ ਭਾਰਤ ਲਈ ਕਤਰ ਨੇ ਵੀ ਮੁਸ਼ਕਲ ਖੜੀ ਕਰ ਦਿੱਤੀ ਹੈ। ਇਸ ਵਾਰ ਮਾਮਲਾ ਕਤਰ ਦੇ ਵੱਲੋਂ 8 ਭਾਰਤੀ ਅਫਸਰਾਂ ਨੂੰ ਜਾਸੂਸੀ ਦੇ ਇਲਜ਼ਾਮ ਤਹਿਤ ਮੌਤ ਦੀ ਸਜ਼ਾ ਸੁਣਾਉਂਦਾ ਹੈ। ਇਹ ਪੂਰਾ ਮਾਮਲਾ ਕੀ ਹੈ, ਇਸ ਸੰਬੰਧੀ ਪੇਸ਼ ਆਇਆ ਇੱਕ ਖਾਸ ਰਿਪੋर्ट। ਕਤਰ ਦੀ ਇੱਕ ਉੱਚ ਅਦਾਲਤ ਨੇ ਭਾਰਤੀ ਸਮੁੰਦਰੀ ਫੌਜ ਦੇ 8 ਸੀਨੀਅਰ ਅਧਿਕਾਰੀਆਂ ਨੂੰ ਫਾਹੇ ਲਾਉਣ ਦਾ ਹੁਕਮ ਸੁਣਾਇਆ ਹੈ। ਇਹਨਾਂ 8 ਤੇ ਕਤਰ ਵਿਰੁੱਧ ਜਾਸੂਸੀ ਕਰਨ ਦਾ ਜੁਰਮ ਸਾਬਿਤ ਹੋਇਆ ਹੈ। ਭਾਰਤ ਨੇ ਇਹਨਾਂ ਅਧਿਕਾਰੀਆਂ ਦੀ ਗ੍ਰਿਫਤਾਰੀ ਅਤੇ ਅਦਾਲਤੀ ਕਾਰਵਾਈ ਨੂੰ ਅੰਤ ਤੱਕ ਬਹੁਤ ਗੁਪਤ ਰੱਖਿਆ ਅਤੇ ਕੌਮਾਂਤਰੀ ਮੀਡੀਆ ਨੂੰ ਕੰਸੋ ਨਹੀਂ ਲੱਗਣ ਦਿੱਤੀ। ਪਰ ਸਜ਼ਾ ਦੇ ਐਲਾਨ ਮਗਰੋਂ ਚੁਰਾਹੇ ਭਾਂਡਾ ਭੱਜਣ ਕਾਰਨ ਭਾਰਤ ਤੇ ਦੂਜੇ ਮੁਲਕਾਂ 'ਚ ਜਾਸੂਸੀ ਕਰਨ ਦੀ ਵਜ੍ਹਾ ਤੋਂ ਇੱਕ ਹੋਰ ਕਲੰਕ ਲੱਗ ਗਿਆ ਹੈ। ਇਸ ਤੋਂ ਪਹਿਲਾਂ ਕੈਨੇਡਾ ਦੇ ਜੁਝਾਰੂ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ 'ਚ ਅਜੀਤ ਡੋਵਾਲ ਦੀ ਟੀਮ ਕੌਮਾਂਤਰੀ ਪੱਧਰ ਤੇ ਘੀਸੀਆਂ ਕਰ ਰਹੀ ਹੈ। ਜਾਸੂਸੀ ਦੇ ਜੁਰਮ 'ਚ ਜਿਹੜੇ 8 ਅਧਿਕਾਰੀਆਂ ਨੂੰ ਫਾਹੇ ਦੀ ਸਜ਼ਾ ਸੁਣਾਈ ਗਈ ਹੈ, ਉਹਨਾਂ 'ਚ ਕੈਪਟਨ ਵਰਿੰਦਰ ਕੁਮਾਰ ਵਰਮਾ, ਕੈਪਟਨ ਸੌਰਭ ਵਸ਼ਿਸ਼ਟ, ਕਮਾਂਡਰ ਅਮਿਤ ਨਾਗਪਾਲ, ਕਮਾਂਡਰ ਪੂਰਨੇਂਦੂ ਤਿਵਾੜੀ, ਕਮਾਂਡਰ ਸੁਗਨੂਕਾਰ ਪਾਕਲਾ, ਕਮਾਂਡਰ ਸੰਜੀਵ ਗੁਪਤਾ, ਸੇਲਰ ਰਾਜੇਸ਼ ਅਤੇ ਨਵਤੇਜ ਹਨ। ਇਹਨਾਂ ਸਜ਼ਾ ਯਾਫਤਾ ਅਧਿਕਾਰੀਆਂ ਵਿੱਚੋਂ ਕਈ ਕਿਸੇ ਸਮੇਂ ਭਾਰਤੀ ਜੰਗੀ ਬੇੜਿਆਂ ਦੀ ਕਮਾਨ ਸੰਭਾਲਦੇ ਰਹੇ। ਜਨਤਕ ਤੌਰ ਤੇ ਉਹ ਡਾਹਰਾ ਗਲੋਬਲ ਟੈਕਨੋਲੋਜੀਜ਼ ਐਂਡ ਕੰਸਲਟੈਂਸੀ ਸਰਵਿਸਿਜ਼ ਲਈ ਕੰਮ ਕਰ ਰਹੇ ਸਨ। ਇਹ ਇੱਕ ਨਿੱਜੀ ਫਰਮ ਹੈ ਜੋ ਕਤਰ ਦੀਆਂ ਫੌਜਾਂ ਨੂੰ ਸਿਖਲਾਈ ਅਤੇ ਹੋਰ ਸੰਬੰਧਿਤ ਸੇਵਾਵਾਂ ਦਿੰਦੀ ਹੈ। ਪਰ ਰਿਪੋਰਟਾਂ ਦੇ ਮੁਤਾਬਿਕ ਅੰਦਰ ਖਾਤੇ ਉਹ ਭਾਰਤ ਦੇ ਜਾਸੂਸ ਦੇ ਤੌਰ ਤੇ ਕੰਮ ਕਰਦੇ ਸਨ। ਭਾਰਤ ਦੇ ਵਿਦੇਸ਼ ਮਹਿਕਮੇ ਨੇ ਕਤਰ ਦੀ ਅਦਾਲਤ ਵੱਲੋਂ ਲਏ ਗਏ ਫੈਸਲੇ ਤੇ ਚਿੰਤਾ ਪ੍ਰਗਟ ਕੀਤੀ ਹੈ। ਭਾਰਤੀ ਵਿਦੇਸ਼ ਮਹਿਕਮੇ ਨੇ ਦੱਸਿਆ ਹੈ ਕਿ ਉਹ ਸਜ਼ਾ ਯਾਫਤਾ ਬੰਦਿਆਂ ਦੇ ਪਰਿਵਾਰ ਨਾਲ ਰਾਬਤਾ ਬਣਾ ਕੇ ਰੱਖ ਰਹੇ ਨੇ ਅਤੇ ਕਤਰ ਸਰਕਾਰ ਨਾਲ ਵੀ ਗੱਲਬਾਤ ਕਰ ਰਹੇ ਨੇ। ਉਹਨਾਂ ਆਖਿਆ ਕਿ ਇਹ ਅਦਾਲਤੀ ਫੈਸਲਾ ਹਿਲਾ ਕੇ ਰੱਖ ਦੇਣ ਵਾਲਾ ਹੈ, ਪਰ ਉਹ ਇਸ ਫੈਸਲੇ ਨੂੰ ਚੁਣੌਤੀ ਦੇਣਗੇ। 8 Indians who are in detention in Qatar. Is of the matter. Our embassy is actively pursuing this case. You mentioned about the family members, not being allowed to get a visa. No, we are trying to facilitate that. I understand family members who are in Doha have been able to go there, and we are trying to facilitate those who are here to go. The update that I have is that today we got our second consular access. Our embassy officials were able to meet the detainees and ascertain their well-being. And of course, we will continue to extend all possible consular assistance. ਵਿਦੇਸ਼ ਮਹਿਕਮੇ ਦੇ ਇਸ ਬਿਆਨ ਦਾ ਭਾਵ ਹੈ ਕਿ ਭਾਰਤ ਵੱਲੋਂ ਸੌਦੇਬਾਜ਼ੀ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਜੇ ਜਾਸੂਸੀ ਦੇ ਮਾਮਲੇ 'ਚ ਫੜੇ ਬੰਦਿਆਂ ਨੂੰ ਛੁਡਾਇਆ ਜਾਂਦਾ ਹੈ ਤਾਂ ਇਹ ਰਿਹਾਈ ਲਗਭਗ $1 ਬਿਲੀਅਨ 'ਚ ਪਵੇਗੀ। My first statement will be absolutely shocking. India has such good relationship with this country. It was not expected at all. And number 2, these officers who have been there with this DARA international global agency, which was only training the Qatar Defense Forces. So they were doing good for them, and now the end result is that they have been sentenced to death. And I don't think the trial has been fair. There has not been transparency. That is my opinion, because hardly we have come to know what were the charges pressed against them, and what kind of mistakes have been done by them, or what has been done. Nothing is known to us, to a common man. But getting a sentence like this, which in fact the MEA has also come out with the official press statement that it is absolutely shocking, and they are awaiting the details of the judgment, and maybe the next step will be taken then. But I think Indian government and all of us. ਇਹ ਭਾਰਤੀ ਅਧਿਕਾਰੀ ਅਗਸਤ 2022 ਤੋਂ ਕਤਰ ਦੀ ਜੇਲ੍ਹ ਵਿੱਚ ਬੰਦ ਸਨ। ਭਾਰਤ ਸਰਕਾਰ ਉਦੋਂ ਤੋਂ ਹੀ ਇਹਨਾਂ ਦੀ ਰਿਹਾਈ ਲਈ ਚਾਰਾਜੋਈ ਕਰ ਰਹੀ ਹੈ। ਉਹਨਾਂ ਦੀ ਜ਼ਮਾਨਤ ਅਰਜ਼ੀ ਕਈ ਵਾਰ ਰੱਦ ਹੋਈ। ਕਤਰ ਦੇ ਅਧਿਕਾਰੀ ਉਹਨਾਂ ਦੀ ਹਿਰਾਸਤ ਦਾ ਸਮਾਂ ਵਧਾਉਂਦੇ ਰਹੇ। ਕੌਮਾਂਤਰੀ ਮੀਡੀਆ ਅਦਾਰੇ ਅਲ ਜਜ਼ੀਰਾ ਦੇ ਵੱਲੋਂ ਮਈ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਮੁਤਾਬਿਕ ਸਜ਼ਾ ਯਾਫਤਾ ਭਾਰਤੀ ਅਧਿਕਾਰੀ ਇੱਕ ਪਣਡੁੱਬੀ ਪ੍ਰੋਗਰਾਮ ਸੰਬੰਧੀ ਸੂਹ ਇਜ਼ਰਾਈਲ ਨੂੰ ਦਿੰਦੇ ਰਹੇ ਨੇ। ਇਸ ਸੰਬੰਧੀ ਕਤਰ ਦੀ ਸਰਕਾਰ ਨੇ ਭਾਰਤ ਅੱਗੇ ਸਬੂਤ ਵੀ ਪੇਸ਼ ਕੀਤੇ। ਆਧੁਨਿਕ ਤਕਨੀਕਾਂ ਨਾਲ ਲੈਸ ਇਹ ਪਣਡੁੱਬੀ ਕਤਰ ਲਈ ਬਣਾਈ ਜਾ ਰਹੀ ਸੀ। ਇਜ਼ਰਾਈਲ ਅਤੇ ਭਾਰਤ ਰਣਨੀਤਿਕ ਤੌਰ ਤੇ ਇੱਕ ਦੂਜੇ ਦੇ ਮਿੱਤਰ ਮੰਨੇ ਜਾਂਦੇ ਨੇ। ਰਿਪੋਰਟਾਂ ਦੇ ਮੁਤਾਬਿਕ ਦੋਹਾਂ ਦੀਆਂ ਖੂਫੀਆ ਏਜੰਸੀਆਂ
ਰਾਹ ਅਤੇ ਮੋਸਾਦ ਦਹਾਕਿਆਂ ਤੋਂ ਇਕੱਠੀਆਂ ਕੰਮ ਕਰ ਰਹੀਆਂ ਨੇ। ਇਜ਼ਰਾਈਲ ਫਲਸਤੀਨ ਜੰਗ ਵਿੱਚ ਵੀ ਭਾਰਤ ਇਜ਼ਰਾਈਲ ਦਾ ਸਾਥ ਦੇ ਰਿਹਾ ਹੈ। ਜਿਸ ਤਰੀਕੇ ਨਾਲ ਭਾਰਤ ਸਰਕਾਰ ਵੱਲੋਂ ਇਹਨਾਂ ਮੁਜਰਮ ਅਧਿਕਾਰੀਆਂ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ, ਉਸ ਤੋਂ ਸੰਕੇਤ ਮਿਲਦੇ ਨੇ ਕਿ ਇਹ ਅਧਿਕਾਰੀ ਭਾਰਤੀ ਏਜੰਸੀਆਂ ਦੇ ਰਾਹੀਂ ਇਜ਼ਰਾਈਲ ਲਈ ਕੰਮ ਕਰਦੇ ਹੋ ਸਕਦੇ ਨੇ। ਬਿਊਰੋ ਰਿਪੋਰਟ।